ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ 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 ਵਾਹਿਗੁਰੂ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੁਰਤੀਆਂ ਜੋੜ ਕੇ ਆਪਣੀਆਂ ਹਾਜ਼ਰੀਆਂ ਭਰਦੇ ਹੋਏ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮਹਾਂਪੁਰਸ਼ਾਂ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਗੁਰੂ ਗੁਰੂ ਨਾਨਕ ਬਾਬਾ ਸਾਨੂੰ ਇੱਕ ਬੜੇ ਪਤੇ ਦੀ ਗੱਲ ਦੱਸ ਗਿਆ ਹੈ, ਜਿਸ ਨੂੰ ਅਸੀਂ ਮੂਲ ਮੰਤਰ ਤੇ ਗੁਰ ਮੰਤਰ ਦੇ ਵਿੱਚ ਪ੍ਰੀਤ ਜੋੜ ਕੇ ਸਰਵਣ ਕਰਦੇ ਹਾਂ ਔਰ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਹਾਂ। ਗੁਰੂ ਸਾਹਿਬ ਨੇ ਕਿਹਾ, ਗੁਰਮੁਖ ਪਿਆਰਿਆ, ਇਹ ਜੋ ਇੱਕ ਓੰਕਾਰ ਜਿਹੜਾ ਤੈਨੂੰ ਦੱਸਦੇ ਹਾਂ ਨਾ, ਇਸ ਦੇ ਕੀ ਗੁਣ ਹੈ? ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਇਹ ਇੱਕ ਓੰਕਾਰ ਜਿਹੜਾ ਹੈ, ਇੱਕ ਪਰਮ ਪਿਤਾ ਪਰਮਾਤਮਾ ਦਾ ਨਾਮ ਹੈ। ਸਤਨਾਮ ਇਹ ਸੱਚਾ ਨਾਮ ਹੈ, ਸਦਾ ਰਹਿਣ ਵਾਲਾ ਹੈ। और अटल है, अजर है, अमर है। तो साध संगत एक करता पुरख भी है, सारी सृष्टि का करता तो है ही है, उथे ये अपने आप दा करता भी है। गुरु साहब बख्शिश करते हैं, आप ही ने आप साजो, आप ही ने रख्यो नाओ, आप ही ने आप साज के आप ही ने रख्यो नाओ। इस तरह दी कई तुकां गुरु साहब बख्शिश करते हैं सानू। ये करता पुरख आप तो है ही है, और अपने आप तो अपनी जोत तो साडी जोत बढ़ा के ये मनुख दा करता भी है, ये जीवां दा करता भी है, कुदरत दा करता भी है, और ये सृष्टि दा करता भी है, पेड़ पौधों का करता भी है, जल चरदा, थल चरदा, नभ चरदा, सब का करता है। तो साध संगत जी, गुरु साहब बख्शिश करते हैं, ये निरभौ भी है, इसनूं किसी का डर नहीं है, क्योंकि ये सब तो वड्डा है और बाकी सारे इस दे कीते हुए हैं। इस करके ये किसी तो नहीं डरदा, और इस दे कर्म की शक्ति ये है कि ये जिथे सृष्टि साजन की शक्ति रखता है, उत्थे ये भंग करन की भी शक्ति रखता है।
तो साध संगत जी, ਨਿਰਭਉ ਨਿਰਵੈਰ, ਇਹ ਨਿਰਵੈਰ ਵੀ ਹੈ ਕਿਸੇ ਆਪਣੇ ਸ੍ਰਿਸ਼ਟੀ ਦੇ ਜੀਵਾਂ ਨਾਲ, ਆਪਣੇ ਪੁੱਤਰਾਂ ਨਾਲ, ਆਪਣੀ ਅੰਸ਼ ਨਾਲ। ਕਦੇ ਇਹ ਵਾਅਦਾ ਨਹੀਂ ਕਰਦਾ, ਕਦੇ ਇਹ ਵੈਰ ਨਹੀਂ ਕਰਦਾ। ਇਹ ਸਦਾ ਦਿਆਲੂ ਹੈ, ਸਦਾ ਕਿਰਪਾਲੂ ਹੈ, ਦਇਆਵਾਨ ਹੈ। ਅਕਾਲ ਮੂਰਤ, ਇਹ ਐਸੀ ਮੂਰਤ ਵੀ ਹੈ ਕਿ ਇਸ ਨੂੰ ਮ੍ਰਿਤੂ ਦਾ, ਕਾਲ ਦਾ, ਸਮੇਂ ਦਾ ਕੋਈ ਬੰਦਿਸ਼ ਨਹੀਂ ਹੈ, ਕੋਈ ਪੈਰਾ ਨਹੀਂ ਹੈ। ਇਹ ਅਕਾਲ ਹੈ, ਇਹ ਕਾਲ ਤੋਂ ਰਹਿਤ ਹੈ। ਕਾਲ ਇਸ ਦੇ ਵੱਸ ਹੈ, ਜਦੋਂ ਵੀ ਚਾਹੇ ਇਹ ਕਾਲ ਨੂੰ ਆਪਣੇ ਹੱਥ ਦੇ ਵਿੱਚ ਵੱਸ ਕਰਕੇ ਖਤਮ ਕਰ ਸਕਦਾ ਹੈ। ਐਸੀ ਮੂਰਤ ਹੈ ਇਹ ਕਿ ਅਦਿਸ ਹੈ, ਪਰ ਹੈ ਮੂਰਤ, ਜਿਸ ਨੂੰ ਅਸੀਂ ਅਕਾਲ ਮੂਰਤ ਕਹਿੰਦੇ ਹਾਂ। ਕਾਲ ਤੋਂ ਰਹਿਤ ਹੈ ਮੂਰਤ। ਅਜੂਨੀ, ਇਹ ਜੂਨੀਆਂ ਦੇ ਵਿੱਚ ਨਹੀਂ ਹੁੰਦਾ। ਜੂਨੀਆਂ ਦਾ ਕਰਤਾ ਜ਼ਰੂਰ ਹੈ, ਪਰ ਇਹ ਖੁਦ ਅਜੂਨੀ ਹੈ। ਸਹਿਭੰਗ, ਸਾਰੀ ਸ੍ਰਿਸ਼ਟੀ ਨੂੰ ਜਿੱਥੇ ਇਹ ਬਣਾਉਣ ਦਾ ਕਰਤਾ ਹੈ, ਉੱਥੇ ਇਹ ਭੰਗ ਕਰਨ ਦਾ ਵੀ ਇਹ ਬਲ ਰੱਖਦਾ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਹੈ, ਇਹ ਗੁਰ ਪ੍ਰਸਾਦ, ਅਗਰ ਜੇ ਕਿਸੇ ਗੁਰਮੁਖ ਪਿਆਰੇ ਨੇ ਇਸ ਦੀ ਪ੍ਰਾਪਤੀ ਕਰਨੀ ਹੋਵੇ, ਇਸ ਨੂੰ ਅਨੁਭਵ ਕਰਨਾ ਹੋਵੇ, ਇਸ ਦੇ ਦਰਸ ਦਿਦਾਰੇ ਕਰਨੇ ਹੋਣ, ਤੇ ਇਸ ਜੋਤ ਤੋਂ ਬੜੇ ਹੋਏ ਇਸ ਸੰਸਾਰ ਦੇ ਲੋਕ ਹੀ ਇਸ ਦਾ ਜਪ ਕਰਕੇ ਇਸ ਨੂੰ ਪ੍ਰਾਪਤ ਕਰ ਸਕਦੇ ਆ। ਇਹ ਗੁਰੂ ਦੀ ਕਿਰਪਾ ਦੁਆਰਾ, ਇਸੇ ਪਰਮਪਿਤਾ ਪਰਮਾਤਮਾ ਦੇ ਪ੍ਰਸਾਦ ਦੁਆਰਾ ਇਹ ਦਿਸ ਵੀ ਸਕਦਾ ਹੈ, ਮਿਲ ਵੀ ਸਕਦਾ ਹੈ, ਅਭੇਦ ਵੀ ਹੋ ਸਕਦਾ ਹੈ। ਤੋ ਸਾਧ ਸੰਗਤ ਜੀ, ਗੁਰੂ ਸਾਹਿਬ ਕਹਿੰਦੇ ਆ, ਫਿਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਬਖਸ਼ਿਸ਼ ਕੀਤੀ ਹੈ ਕਿ ਸੰਸਾਰ ਦੇ ਲੋਕੋ, ਤੁਸੀਂ ਇਹ ਜੋ ਉੱਪਰਲੇ ਗੁਣ ਇਸ ਪਰਮਪਿਤਾ ਪਰਮਾਤਮਾ ਦੇ ਸਰਵਣ ਕੀਤੇ ਹੈ, ਇਹਨਾਂ ਦਾ ਜਪ ਕਰੋ, ਕਿਉਂਕਿ ਇਹ ਪਰਮਪਿਤਾ ਪਰਮਾਤਮਾ ਦਾ ਸਰੂਪ ਹੈ। ਇੱਕ ਓਮ ਪਰਮਾਤਮਾ ਦਾ ਸਰੂਪ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਜਿੱਥੇ ਸਭ ਤੋਂ ਪਹਿਲਾਂ ਸੱਚ ਸੀ, ਸਦਾ ਰਹਿਣ ਵਾਲਾ ਸੀ, ਯੁੱਗਾਂ ਦੇ ਵਿੱਚ ਵੀ ਸੱਚ ਰਹੇਗਾ, ਆਉਣ ਵਾਲੇ ਯੁੱਗਾਂ ਦੇ ਵਿੱਚ ਵੀ ਸੱਚ ਰਹੇਗਾ, ਔਰ ਪਿਛਲੇ ਜੋ ਅਜਾਣੇ ਯੁੱਗ ਸੀ ਜਿਹੜੇ, ਉਹਨਾਂ ਦੇ ਵਿੱਚ ਵੀ ਇਹ ਸੱਚ ਸੀ, ਸਦਾ ਰਹਿਣ ਵਾਲਾ ਸੀ, ਸਤਨਾਮ ਸੀ। ਹੋਸੀ ਵੀ ਸੱਚ, ਹੋਏਗਾ ਵੀ ਸੱਚ, ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਹੋਏਗਾ। ਨਾਨਕ ਹੋਸੀ ਵੀ ਸੱਚ। ਹੁਣ ਗੁਰੂ ਸਾਹਿਬ ਨੇ ਸਾਨੂੰ ਇਹ ਦੱਸਿਆ, ਭਾਈ ਇਸ ਦਾ ਜਪ ਕਰੋ। ਤੇ ਹੁਣ ਜਪ ਕਰਨ ਲੱਗਿਆਂ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ ਕਿ ਭਾਈ ਇਸ ਜਪ ਕਰਿਆ ਤੈਨੂੰ ਕੀ ਮਿਲਣਾ ਹੈ ਔਰ ਕਿਵੇਂ ਮਿਲਣਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਵੀ ਇਹ ਸੰਸਾਰ ਜਿਹੜਾ ਹੈ ਨਾ, ਉਸ ਪਰਮਪਿਤਾ ਪਰਮਾਤਮਾ ਦੇ ਹੁਕਮ ਦੇ ਮੁਤਾਬਕ ਭਵ ਸਾਗਰ ਹੈ। ਇਹ ਦੁੱਖਾਂ ਦਾ ਸਾਗਰ ਹੈ। ਜੈਸੇ ਕਰਮ ਮਨੁੱਖ ਕਰਦਾ ਹੈ, ਵੈਸੇ ਇਸ ਨੂੰ ਭੋਗਣੇ ਪੈਂਦੇ ਹੈ। ਪਰ ਗੁਰੂ ਸਾਹਿਬ ਕਹਿੰਦੇ ਇਸ ਤੋਂ ਬਚਣ ਦਾ ਤਰੀਕਾ ਹੈ ਕਿ ਜਪ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਸ ਦਾ ਜਪ ਕਰ। ਹੁਣ ਗੁਰੂ ਸਾਹਿਬ ਇੱਕ ਬਖਸ਼ਿਸ਼ ਕਰਦੇ ਆ, ਭਾਈ ਜਪ ਕਰਨਾ ਕਿਵੇਂ ਹੈ। ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਹਮੇਸ਼ਾ ਲਈ, ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਨਿਤਨੇਮ ਕਰਨ ਦੀ ਰਵਾਇਤ ਪਾਈ, ਔਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰਮੁਖ ਪਿਆਰਿਆਂ ਨੂੰ ਇਹ ਨਿਤਨੇਮ ਦੀ ਜਿਹੜੀ ਰਵਾਇਤ ਸੀ, ਇਸ ਨੂੰ ਪੱਕਾ ਕਰ ਦਿੱਤਾ ਔਰ ਸਦਾ ਲਈ ਨਿਸ਼ਚਿਤ ਕਰ ਦਿੱਤਾ, ਅਟੱਲ ਕਰ ਦਿੱਤੀ, ਜ਼ਰੂਰੀ ਕਰ ਦਿੱਤੀ। ਔਰ ਗੁਰੂ ਸਾਹਿਬ ਕਹਿੰਦੇ ਆ, ਭਾਈ ਨਿਤਨੇਮ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਜ਼ਰੂਰ ਕਰਿਆ ਕਰੋ। ਜਿਹੜੀ ਗੁਰਮੁਖ ਰੂਹ ਪਰਮਾਤਮਾ ਦੀ ਸ਼ਰਨ ਹੋ ਕੇ, ਪਰਮਾਤਮਾ ਨਾਲ ਪਿਆਰ ਕਰਦੀ ਹੋਈ, ਪਰਮਾਤਮਾ ਤੇ ਟੇਕ ਰੱਖਦੀ ਹੋਈ, ਪਰਮਾਤਮਾ ਦਾ ਓਟ ਆਸਰਾ ਲੈਂਦੀ ਹੋਈ ਨਾਮ ਸਿਮਰਨ ਕਰੇਗੀ, ਉਹ ਜਿਹੜੀ ਜਪ ਕਰੇਗੀ,
ਉਹ ਦੁੱਖਾਂ ਤੋਂ ਰਹਿਤ ਹੋ ਜਾਏਗੀ। ਉਹ ਸੁੱਖਾਂ ਦਾ ਜੀਵਨ ਇਸ ਸੰਸਾਰ ਦੇ ਵਿੱਚ ਜਿੰਨਾ ਸਮਾਂ ਪਰਮਾਤਮਾ ਨੇ ਦਿੱਤਾ ਉਹਨਾਂ ਚਿਰ ਜੀਵੇਗੀ, ਔਰ ਫਿਰ ਪਰਮਾਤਮਾ ਦੇ ਵਿੱਚ ਜਾ ਕੇ ਅਭੇਦ ਹੋ ਜਾਏਗੀ। ਹੁਣ ਗੁਰੂ ਸਾਹਿਬ ਕਹਿੰਦੇ ਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ। ਹੁਣ ਗੁਰਮੁਖ ਪਿਆਰੇ ਸਾਨੂੰ ਇਹ ਸਮਝਾਉਂਦੇ ਹੈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਬਾਣੀ ਦੁਆਰਾ ਸਾਨੂੰ ਇਹ ਬਖਸ਼ਿਸ਼ ਕਰਦੇ ਹੈ, ਭਾਈ ਗੁਰਮੁਖ ਪਿਆਰਿਆ, ਤੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਪ੍ਰਭ ਦੀ ਸਿਮਰਨਾ ਕਰ, ਜਪ ਕਰ, ਤੇ ਤੇਰਾ ਮਨ ਤੇ ਤਨ, ਮਨ ਤਾਂ ਰੋਗ ਹੋਏਗਾ ਹੀ ਹੋਏਗਾ, ਤੇਰਾ ਤਨ ਵੀ ਜਿਹੜਾ ਹੈ ਉਹ ਰੋਗ ਹੋ ਜਾਏਗਾ। ਹੁਣ ਗੁਰੂ ਸਾਹਿਬ ਕਹਿੰਦੇ ਹੈ ਬਈ ਇਸ਼ਨਾਨ ਦੋ ਪ੍ਰਕਾਰ ਦਾ ਹੈ। ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕਰਿਆ ਕਰ। ਹੁਣ ਗੁਰੂ ਸਾਹਿਬ ਕਹਿੰਦੇ ਆ, ਭਾਈ ਜਦੋਂ ਤੂੰ ਇਹ ਤਨ ਦਾ ਇਸ਼ਨਾਨ ਕਰੇਗਾ ਨਾ, ਤੇਰੇ ਤਨ ਦੇ ਸਾਰੇ ਰੋਗ ਜਿਹੜੇ ਹੈ ਉਹ ਆਲਸ, ਸੁਸਤੀ, ਢਿੱਲਾਪਣ, ਕਮਜ਼ੋਰੀ, ਇਹ ਜਿਹੜੇ ਹੈ ਕਰ ਇਸ਼ਨਾਨ ਕਰੇਗਾ ਜਦੋਂ ਨਾ, ਤੇਰਾ ਤਨ ਜਿਹੜਾ ਹੈ ਉਹ ਚੁਸਤੀ ਦੇ ਵਿੱਚ ਆ ਜਾਏਗਾ। ਫਿਰ ਤੂੰ ਗੁਰੂ ਦੀ ਸ਼ਰਨ ਦੇ ਵਿੱਚ ਬੈਠ ਕੇ ਆਪਣੇ ਮਨ ਤੋਂ, ਤਨ ਦਾ ਇਸ਼ਨਾਨ ਕਰ ਲਿਆ, ਮਨ ਤੋਂ ਪ੍ਰਮਾਤਮਾ ਦੇ ਨਾਮ ਦਾ ਜਪ ਕਰ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਜਪ ਕਰ, ਪ੍ਰਮਾਤਮਾ ਦੇ ਨਾਮ ਦਾ ਜਪ ਕਰ, ਤੇ ਫਿਰ ਤੇਰਾ ਮਨ ਜਿਹੜਾ ਹੈ ਉਹ ਵੀ ਇਸ਼ਨਾਨ ਕਰ ਲਏਗਾ, ਔਰ ਮਨ ਵੀ ਅਰੋਗ ਹੋ ਜਾਏਗਾ, ਤਨ ਵੀ ਅਰੋਗ ਹੋ ਜਾਏਗਾ। ਬਾਹਰ ਦਾ ਇਸ਼ਨਾਨ ਜਲ ਨਾਲ ਕੀਤਿਆਂ, ਜਦੋਂ ਤੂੰ ਨਾਮ ਸਿਮਰਨ ਕਰੇਗਾ ਉਦੋਂ ਸਭ ਤੋਂ ਪਹਿਲਾਂ ਇਸ਼ਨਾਨ ਕੀਤਿਆਂ ਤੇਰਾ ਮਨ ਜਿਹੜਾ ਹੈ ਉਹ ਤਾਂ ਅਰੋਗ ਹੋਏਗਾ ਹੀ ਹੋਏਗਾ। ਇਸ਼ਨਾਨ ਕੀਤਿਆਂ ਤੇਰਾ ਤਨ ਵੀ ਜਿਹੜਾ ਹੈ ਉਹ ਚੁਸਤ ਹੋ ਜਾਏਗਾ। ਬਾਹਰ ਦਾ ਇਸ਼ਨਾਨ ਕੀਤਿਆਂ ਤਨ ਚੁਸਤ ਹੋਏਗਾ, ਔਰ ਸਿਮਰਨ ਕਰਕੇ ਮਨ ਦਾ ਇਸ਼ਨਾਨ ਕੀਤਿਆਂ ਮਨ ਜਿਹੜਾ ਹੈ ਉਹ ਮਸਤ ਹੋ ਜਾਏਗਾ। ਤਨ ਦਾ ਇਸ਼ਨਾਨ ਕੀਤਿਆਂ ਤਨ ਚੁਸਤ ਹੋ ਜਾਏਗਾ, ਮਨ ਦਾ ਇਸ਼ਨਾਨ ਨਾਮ ਸਿਮਰਨ ਕਰਕੇ ਤੇਰਾ ਮਨ ਜਿਹੜਾ ਹੈ ਉਹ ਮਸਤ ਹੋ ਜਾਏਗਾ, ਪਰਮਾਤਮਾ ਦੇ ਨਾਲ ਜੁੜ ਜਾਏਗਾ, ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਜਾਏਗਾ। ਤੇ ਫਿਰ ਕੀ ਹੋਏਗਾ? ਗੁਰੂ ਸਾਹਿਬ ਇੱਕ ਬਖਸ਼ਿਸ਼ ਕਰਦੇ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਗੁਰੂ ਸਾਹਿਬ ਕਹਿੰਦੇ, ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਣੀ ਨ ਆਵੈ। ਹੁਣ ਗੁਰੂ ਸਾਹਿਬ ਨੇ ਸਾਨੂੰ ਦੱਸਿਆ, ਭਾਈ ਨਿਤਨੇਮ ਕਰਿਆ ਕਰ ਹਰ ਰੋਜ਼। ਪਰ ਨਿਤਨੇਮ ਕਰਨ ਦਾ ਤਰੀਕਾ ਕੀ ਹੈ ਕਿ ਇਸ਼ਨਾਨ ਕਰ ਤਨ ਦਾ, ਫਿਰ ਚੌਕੜਾ ਮਾਰ ਕੇ ਬੈਠ, ਜਾਂ ਆਪਣੀ ਸੁਰਤੀ ਨੂੰ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਮਰਪਿਤ ਕਰਕੇ, ਜੈਸੀ ਤੇਰੀ ਅਵਸਥਾ ਹੈ ਸਰੀਰ ਦੀ, ਸਰੀਰ ਕਾਇਮ ਹੈ, ਤੰਦਰੁਸਤ ਹੈ, ਬਿਰਧਪਣ ਨਹੀਂ ਹੈ, ਜਵਾਨੀ ਹੈ, ਤਾਂ ਚੌਕੜਾ ਮਾਰ ਕੇ ਬੈਠ, ਨਾਮ ਸਿਮਰਨ ਕਰ। ਅਗਰ ਤੂੰ ਨਹੀਂ ਵੀ ਬੈਠ ਸਕਦਾ, ਬਿਰਧ ਅਵਸਥਾ ਹੈ, ਤੇ ਜੈਸੀ ਅਵਸਥਾ ਬਣਦੀ ਹੈ ਸੁਖ ਦੀ, ਉਸ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਕਰ। ਵਾਹਿਗੁਰੂ ਵਾਹਿਗੁਰੂ। ਇਸ ਦੇ ਨਾਲ ਕੀ ਹੋਏਗਾ? ਸਿਮਰੋ ਸਿਮਰ ਸਿਮਰ ਸੁਖ ਪਾਵੋ। ਇਸ ਤਰ੍ਹਾਂ ਨਾਲ ਜਦੋਂ ਤੁਸੀਂ ਸਿਮਰੋਗੇ, ਸਿਮਰਦੇ ਸਿਮਰਦੇ ਸੁਖ ਦੀ ਪ੍ਰਾਪਤੀ ਕਰੋਗੇ। ਸੁਖ ਦੀ ਕੀ ਪ੍ਰਾਪਤੀ ਕਰੋਗੇ? ਸਭ ਤੋਂ ਪਹਿਲਾ ਸੁਖ ਸੰਸਾਰ ਦੇ ਦੁੱਖਾਂ ਦਾ
नाश हो जाएगा और फिर आनंद की प्राप्ति हो जाएगी, उस सुख की प्राप्ति हो जाएगी जिस नूं असीं परमात्मा का परमा आनंद कहने हैं। उस तो बाद मन साडा जिहड़ा है वो अरोग हो जाएगा, मन दे कलिया कलेश जिहड़े है वो खत्म हो जाएंगे, मन शीतल हो जाएगा, मन निर्मल हो जाएगा, मन उस जोत स्वरूप दा स्वरूप जिहड़ा है जो परमात्मा का स्वरूप है उस दा असल रूप धारण करके उस जोत रूप दे विच अभेद हो जाएगा, जिस जोत तो ये जोत स्वरूप का अंश जिहड़ा है परमात्मा ने संसार दे विच बंदे दे दसम द्वार दे विच रखे। ये जोत जोत नाल अभेद हो जाएगी, इस जोत का परमात्मा की जोत नाल मिलन हो जाएगा। गुरु साहब बख्शिश करते हैं, ज्यों जल मैं जल आए खटाना त्यों ज्योति संग जोत समाना। गुरु साहब कहते हैं वड्डा साहिब ऊंचा थाओ ऊंचे ऊपर ऊंचा नाओ, एवड ऊंचा होवे कोई ते सूचे को जाना है सोए। ਉਹ ਤੂੰ ਜਦੋਂ ਇਸ ਜੋਤ ਦੇ ਨਾਮ ਦਾ ਸਿਮਰਨ ਕਰਦਾ ਹੋਈ ਅਵਸਥਾ ਦੇ ਵਿੱਚ ਤੂੰ ਇਸ ਜੋਤ ਨੂੰ ਉਸ ਜੋਤ ਵਰਗਾ ਨਿਰਮਲ ਕਰ ਰਹੇਗਾ, ਉਸ ਗੁਣਾਂ ਦਾ ਧਾਰਨੀ ਹੋ ਜਾਏਗਾ, ਉਦੋਂ ਤੈਨੂੰ ਪਰਮਪਿਤਾ ਪਰਮਾਤਮਾ ਦੀ ਜੋਤ ਦੇ ਵਿੱਚ ਮਿਲਣ ਹੋ ਜਾਏਗਾ। ਕਿਉਂਕਿ ਪਰਮਾਤਮਾ ਦਾ ਸਿਧਾਂਤ ਹੈ ਕਿ ਸਮ ਚੀਜ਼ ਸਮ ਦੇ ਵਿੱਚ ਮਿਲ ਸਕਦੀ ਹੈ, असम चीज़ सम दे विच कदे नहीं मिल सकती। जोत जिहड़ी है निर्मल जोत परमात्मा की जिहड़ी है वो परमात्मा की जोत दे विच मिल जाएगी। पर जे किते असीं कहीए ना कि जल दे विच असीं मिट्टी मिला दईए, जल दे विच कचरा मिला दईए तो गुरु साहब कहते हैं नहीं मिलेगा। दुध दे विच असीं पत्थर मिलाउण दी कोशिश करिए तो नहीं मिलेगा। दुध दे विच दुध मिल जाएगा। जदों असीं दुध हो जावांगे वो परमपिता परमात्मा की जोत स्वरूप दुध जिहड़ी है वो साडे अंदर आप ही सानूं बांह फड़ के मिला लेगी। इस तरह दे नाल साडा गुरु साहब कहते हैं भाई इस तरह नाल इशनान जिहड़ा है तुसीं जरूर करिया करो, नितनेम करिया करो। नितनेम दा नियम यह है कि इशनान करना बहुत जरूरी है। अमृत ਵੇਲੇ ਉੱਠ ਕੇ ਜਦੋਂ ਤੁਸੀਂ ਤਨ ਦਾ ਇਸ਼ਨਾਨ ਕਰੋਗੇ ਤਨ ਨੂੰ ਚੁਸਤੀ ਆ ਜਾਵੇਗੀ। ਜਦੋਂ ਤੁਸੀਂ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਮਨ ਦਾ ਇਸ਼ਨਾਨ ਕਰੋਗੇ ਉਦੋਂ ਮਨ ਨੂੰ ਮਸਤੀ ਆ ਜਾਏਗੀ। ਮਸਤੀ ਆ ਜਾਏਗੀ, ਪਰਮਾਤਮਾ ਦੇ ਨਾਮ ਦਾ ਰੰਗ ਜਿਹੜਾ ਹੈ ਸਾਡੇ ਉੱਪਰ ਚੜ ਜਾਏਗਾ। ਮਨ ਸਾਡਾ ਨਿਰਮਲ ਹੋ ਜਾਏਗਾ, ਮਨ ਸਾਡਾ ਸੀਤਲ ਹੋ ਜਾਏਗਾ, ਮਨ ਸਾਡਾ ਜਿਹੜਾ ਹੈ सच आचरण दे विच आके सच रूप हो जाएगा। और जो सच रूप हो जाएगा सतनाम हो जाएगा, अमृत हो जाएगा। अमृत नाम दा ये पिटारा जिहड़ा है जोत स्वरूप जिहड़ा साडा शरीर है ये शरीर तो इत्थे ही रह जाएगा, पर जोत जिहड़ी है उस जोत दे विच उस परमपिता परमात्मा दे विच जाके अभेद हो जाएगी, मिलन कर रहे। तो साध संगत जी यही सारी सृष्टि का खेल है जो परमात्मा ने साडे नाल खेलिया, सानू पैदा करके अपनी ही जोत तो सानू पैदा करके अपने ही अनहद धुन तो पवन गुरु तो इस सृष्टि कुदरत पैदा करके इस कुदरत दे विच आप ही बैठ गया। आप ही इस बंदे दी जोत दे विच इस जीव दी जोत दे विच आप ही बैठ गया और आप ही अपना नाम जपना शुरू कर दिता, पर बंदिश ला दिती साडियां जोतां नूं कि जे तू मेरा नाम सिमरन करेगा तो ही मेरे नाल अभेद हो सकता है। अगर तू मेरा नाम सिमरन नहीं करेगा तो फिर जोनियां दा रस्ता जिहड़ा तेरे वास्ते खुला है वो भोगना पएगा, जिहड़ा कि बहुत लंबा है ना खत्म होने वाला है। इस दे विच तू कष्ट पाएगा और जे तू इस कष्टां तो बचना तो गुरु साहब ने सानू एक बख्शिश की है, जप जप आद सच जुगाद सच है भी सच नानक होसी भी सच। जे तू इसका नाम सच करेगा जप करेगा तो तू भी सच हो जाएगा। तू इन्नियां विचारा करते दास क्षमा का जाचक है। विचार दे विच कोई त्रुटि महसूस होए तो गुरु परमपिता परमात्मा बख्शण जोग है, साध संगत परमात्मा स्वरूप बख्शण जोग है। बख्श लेना इन्नियां विचारां करते होए क्षमा दे जाचकां। वाहिगुरू जी का खालसा वाहिगुरू जी की फतेह।